ਜਿਹੜੇ ਵਿਰੋਧ ਕਰ ਰਹੇ ਆ ਉਹ ਕਹਿ ਰਹੇ ਆ ਕਿ ਇਹ ਗੱਲ ਜੋ ਬੋਲੀ ਗਈ ਆ ਸੰਤ ਜਰਨੈਲ ਸਿੰਘ ਬਾਰੇ ਬੋਲੀ ਗਈ ਆ। ਮੈਂ ਸੰਤ ਬਿਨਾਂ ਨਾ ਪਹਿਲਾਂ ਕਿਸੇ ਖਿਲਾਫ ਬੋਲਿਆ, ਨਾ ਅੱਜ ਬੋਲਿਆ, ਨਾ ਕੱਲ੍ਹ। ਫਿਰ ਸੰਤਾਂ ਦੇ ਖਿਲਾਫ ਨਹੀਂ ਹੋ ਤੁਸੀਂ? ਸੰਤਾਂ ਨੂੰ ਸੰਤ ਮੰਨਦੇ ਹੋ? ਬਿਲਕੁਲ ਆਪਾਂ ਸੰਤਾਂ ਦੇ ਖਿਲਾਫ ਕਿਵੇਂ ਬੰਦੇ ਨੇ ਯਾਰ। ਸੰਤ ਜਿਸ ਤਰੀਕੇ ਦੇ ਨਾਲ ਪਹਿਲਾਂ ਅਨੰਦਪੁਰ ਮੱਤੇ ਦੀ ਗੱਲ ਕਰਦੇ ਆ, ਜਦੋਂ ਅਟੈਕ ਹੁੰਦਾ ਦਰਬਾਰ ਸਾਹਿਬ ਤੇ ਉਹ ਕਹਿੰਦੇ ਕਿ 6 ਜੂਨ ਨੂੰ ਖਾਲਿਸਤਾਨ ਦੀ ਨਹੀਂ ਰੱਖੀ ਗਈ। ਕੀ ਰੋਲਦੂ ਸਿੰਘ ਮਾਨਸਾ ਗੱਲ ਕਰਦੇ ਨੇ ਖਾਲਿਸਤਾਨ ਦੀ? ਨਹੀਂ, ਦੋ ਗੱਲਾਂ। ਤੁਸੀਂ ਕਿਹਾ ਕਿ ਮੈਂ ਸਤਿਕਾਰ ਕਰਦਾ ਉਹਨਾਂ ਦਾ, ਕੀ ਫਿਰ ਰੋਲਦੂ ਸਿੰਘ ਮਾਨਸਾ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਗੇ? ਨਹੀਂ, ਉਹ ਉਹਨਾਂ ਦੀ ਲੜਾਈ ਹੈ। ਮੇਰਾ ਕਹਿਣ ਦਾ ਮਤਲਬ ਹੈ ਵੀ ਜਿਹੜੀ ਉਹਨਾਂ ਨੇ ਲੜਾਈ ਛੇੜੀ ਆਖਰੀ ਤੱਕ ਦਮ ਤੱਕ ਚੱਲਣੀ। ਜਿਹੜੇ ਹੋਰ ਕਾਮਰੇਡ ਨੇ ਉਹਨਾਂ ਦਾ ਓਪੀਨੀਅਨ ਕੀ ਆ ਸੰਤਾਂ ਬਾਰੇ? ਉਹਨਾਂ ਦਾ ਓਪੀਨੀਅਨ ਸੰਤਾਂ ਬਾਰੇ ਕੀ ਆ? ਮੈਂ ਕਾਮਰੇਡ ਨਹੀਂ ਹੈਗਾ, ਮੈਂ ਕਿਸਾਨਾਂ ਕੋਲ। ਜਿਹੜੇ ਵਿਰੋਧ ਕਰ ਰਹੇ ਆ ਉਹ ਕਾਮਰੇਡ ਸ਼ਬਦ ਵਰਤ ਰਹੇ ਆ, ਕੀ ਤੁਸੀਂ ਖੱਬੇ ਪੱਖੀ ਨਹੀਂ ਹੋ ਫਿਰ? ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਸੀ ਕਿ ਲਾਲ ਕਿਲੇ ਤੇ ਜਾਣ ਵਾਲੇ ਸਰਦਾਰ ਨਹੀਂ ਗੱਦਾਰ ਬਾ। ਮੁਆਦਾਂ ਤੇ ਮਤਲਬ ਉਹਦੀ ਪਾ ਲਾ। ਮੇਰਾ ਕੋਈ ਮੁਆਦਾਂ 'ਚ ਪੈਣ ਦਾ ਮਤਲਬ ਨਹੀਂ, ਨਾ ਮੈਂ ਪੈਣਾ। ਨਹੀਂ, ਕੀ ਡਿਸਾਈਡ ਨਹੀਂ ਹੁੰਦਾ ਮੀਟਿੰਗ ਦੇ ਵਿੱਚ ਵੀ ਇਹ ਗੱਲ ਨਹੀਂ ਬੋਲਣੀ ਚਾਹੀਦੀ, ਕੰਟਰੋਵਰਸ਼ੀਅਲ ਬਿਆਨ ਨਾ ਦਿੱਤੇ ਜਾਣ, ਬਾਅਦ ਚ ਮੋਰਚਾ ਉਹਨੂੰ ਕਾਊਂਟਰ ਕਰਦਾ ਕਿ ਪਾਸੇ ਕਹਿ ਰਹੇ ਹੋ ਕਿ ਸੰਤਾਂ ਦਾ ਮੈਂ ਸਤਿਕਾਰ ਕਰਦਾ, ਪਰ ਜਿਹੜੇ ਸੰਤਾਂ ਦੇ ਵਿਚਾਰ ਸੀ ਉਹਨਾਂ ਨਾਲ ਕੀ ਅਸਹਿਮਤ ਹੋ ਫਿਰ ਤੁਸੀਂ? ਉਹ ਲੜਾਈ ਹੈ ਤੁਹਾਡੀ। ਅਸੀਂ ਇਨਕਲਾਬ ਕਰਨਾ ਚਾਹੁੰਦੇ ਹਾਂ, ਸੰਤਾਂ ਨੂੰ ਸਾਡੇ ਉਹ ਖਾਸਾ ਬਣਾਉਣ ਚਾਹੁੰਦੇ। ਮੈਂ ਕਿਹਾ ਠੀਕ ਹੈ ਜੀ, ਸਭ ਤੁਹਾਡੀ ਹੋਂ ਕਰ ਸਕਦੇ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਸਿੰਘ। ਮੋਰਚੇ ਦੇ ਕਈ ਲੀਡਰ ਜੋ ਨੇ ਲਗਾਤਾਰ ਵਿਵਾਦਾਂ ਦੇ ਵਿੱਚ ਰਹਿੰਦੇ ਨੇ। ਰਜਿੰਦਰ ਸਿੰਘ ਦੀਪ ਸਿੰਘ ਵਾਲਾ ਵੀ ਕਈ ਵਿਵਾਦਾਂ ਦੇ ਨਾਲ ਜੁੜੇ ਨੇ ਤੇ ਹੁਣ ਰੋਲਦੂ ਸਿੰਘ ਮਾਨਸਾ ਇੱਕ ਵਿਵਾਦ ਦੇ ਵਿੱਚ ਘਿਰੇ ਹੋਏ ਨੇ। ਇੱਕ ਸਟੇਟਮੈਂਟ ਜਾਰੀ ਕੀਤੀ ਸੀ ਸਟੇਜ ਦੇ ਉੱਤੋਂ ਉਹਨਾਂ ਨੇ, ਇੱਕ ਸਟੇਟਮੈਂਟ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ 25,000 ਮੁੰਡੇ ਜੋ ਆ ਉਰੇ ਬੈਠਿਆਂ ਨੇ ਮਰਾਤੇ ਸੀ, ਜਿਸ ਤੋਂ ਬਾਅਦ ਲਗਾਤਾਰ ਉਹਨਾਂ ਦਾ ਵਿਰੋਧ ਹੋ ਰਿਹਾ। ਫੋਨ ਕਾਲਸ ਆ ਰਹੀਆਂ ਨੇ ਉਹਨਾਂ ਨੂੰ। ਤਾਂ ਮੇਰੇ ਨਾਲ ਰੋਲਦੂ ਸਿੰਘ ਮਾਨਸਾ ਜੀ ਜੁੜ ਚੁੱਕੇ ਨੇ, ਗੱਲਬਾਤ ਕਰਾਂਗੇ ਉਹਨਾਂ ਦੇ ਨਾਲ। ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਤੇ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਾਨਸਾ ਸਾਹਿਬ, ਇੱਕ ਸਟੇਟਮੈਂਟ ਜਾਰੀ ਕੀਤੀ ਸੀ ਤੁਸੀਂ ਸਟੇਜ ਦੇ ਉੱਤੇ, ਕੀ ਹੈ ਉਹ ਸਟੇਟਮੈਂਟ? ਉਹ ਸਟੇਟਮੈਂਟ ਮੈਂ ਤਾਂ ਜਿਹੜੇ ਕੁਝ ਬੰਦੇ ਬਾਹਰੋਂ ਸਾਡੇ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਬਾਰੇ ਬੋਲਿਆ ਬਈ ਅਸੀਂ ਅੰਦੋਲਨ ਲੜਦੇ, ਸਾਡੇ ਅੰਦੋਲਨ ਨੂੰ ਖਰਾਬ ਨਾ ਕਰੋ। ਮੈਂ ਤਾਂ ਉਹਨਾਂ ਬਾਰੇ ਬੋਲਿਆ। ਚਲ ਮਗਰੋਂ ਕੋਈ ਹੋਰ ਗੱਲ ਭਖਾਤੀ, ਉਹਦੇ ਬਾਰੇ ਮੈਨੂੰ ਬੜੀ ਜਾਣਕਾਰੀ ਨਹੀਂ ਹੈਗੀ। ਜਿਹੜੇ ਬਾਹਰੋਂ ਖਰਾਬ ਕਰਦੇ ਨੇ ਅੰਦੋਲਨ ਨੂੰ, ਉਹ ਕਦੋਂ ਵੀ ਕੋਈ ਬੈਠਾ ਹੈਗਾ ਅਸੀਂ ਕਹਿੰਦੇ ਜਦੋਂ ਅੰਦੋਲਨ ਲੜਦਾ ਸਾਡੇ ਅੰਦੋਲਨ ਖਰਾਬ। ਮੈਂ ਤਾਂ ਉਹੀ ਗੱਲ ਬੋਲੀ। ਜਿਹੜੇ ਵਿਰੋਧ ਕਰ ਰਹੇ ਆ ਉਹ ਕਹਿ ਰਹੇ ਆ ਕਿ ਇਹ ਗੱਲ ਜੋ ਬੋਲੀ ਗਈ ਆ ਸੰਤ ਜਰਨੈਲ ਸਿੰਘ ਬਾਰੇ ਬੋਲੀ ਗਈ ਆ, ਕੀ ਕਹੋਗੇ? ਬਿਲਕੁਲ ਵੀ ਨਹੀਂ। ਮਤਲਬ ਮੇਰਾ ਖਿਆਲ ਹੈ ਵੀ 80 ਚ ਸੰਤ ਜਰਨੈਲ ਸਿੰਘ ਦੇ ਨਾਲ 82 ਕੇ 80 ਚ ਸੰਘਰਸ਼ ਆ ਗਏ ਨੇ, ਉਦੋਂ ਦੇ ਅਸੀਂ ਆ। ਮੈਂ ਸੰਤ ਬਿਨਾਂ ਨਾ ਪਹਿਲਾਂ ਕਿਸੇ ਖਿਲਾਫ ਬੋਲਿਆ, ਨਾ ਅੱਜ ਬੋਲਿਆ, ਨਾ ਕੱਲ੍ਹ ਬੋਲਿਆ। ਫਿਰ ਸੰਤਾਂ ਦੇ ਖਿਲਾਫ ਨਹੀਂ ਹੋ ਤੁਸੀਂ? ਸੰਤਾਂ ਨੂੰ ਸੰਤ ਮੰਨਦੇ ਹੋ? ਬਿਲਕੁਲ। ਆਪਾਂ ਸੰਤਾਂ ਦੇ ਖਿਲਾਫ ਕਿਵੇਂ ਬੰਦੇ ਨੇ ਯਾਰ? ਜਿਹੜੀ ਉਹਨਾਂ ਜੋ ਮੂਵਮੈਂਟ ਉਹਨਾਂ ਨੇ ਛੇੜੀ ਸੀ ਸਹੀ ਸੀ ਫਿਰ ਉਹ? ਤੁਸੀਂ ਮੇਰੀ ਗੱਲ ਤਾਂ ਸੁਣੋ ਜੀ। ਜਿਹੜੀ ਉਹਨਾਂ ਨੇ ਜੰਗ ਛੇੜੀ ਸੀ, ਹੈਲੋ ਜੀ, ਉਹ ਆਪਦੀ ਜੰਗ ਚੋਂ ਭੱਜੇ ਨਹੀਂ। ਉਹ ਆਪਦੀ ਜੰਗ 'ਚ ਡਟੇ ਰਹੇ। ਜੰਗ ਕਿਸੇ ਫਿੱਟ ਆਵੇ ਨਾ ਆਵੇ, ਮੇਰੇ ਵੀ ਨਾ ਫਿੱਟੋਗੇ। ਉਹ ਆਪਦੀ ਜੰਗ 'ਚ ਡਟੇ ਰਹੇ। ਜਿਹੜਾ ਬੰਦਾ ਜੰਗ ਛੇੜਦਾ ਹੈ, ਜੰਗ ਕਿਹਦੇ ਹੱਕ 'ਚ ਹੈ, ਕਿਹਦੇ ਵਿਰੋਧ 'ਚ ਹੈ, ਉਹ ਡਟੇ ਰਹੇ। ਜਿਹੜਾ ਬੰਦਾ ਡਟਿਆ, ਹੁਣ ਅਸੀਂ ਅੱਜ ਡਟੇ ਆ, ਡਟੇ ਰਹਾਂਗੇ ਤਾਂ ਠੀਕ ਆ, ਜੇ ਭੱਜਾਂਗੇ ਕਿਸਾਨ। ਤਾਂ ਸੰਤ ਸਹੀ ਸੀਗੇ? ਇਸ ਸਟੇਟਮੈਂਟ ਸੰਤਾਂ ਬਾਰੇ ਨਹੀਂ ਸੀ? ਨਾ, ਬਿਲਕੁਲ ਵੀ ਨਹੀਂ। ਨਾ ਮੈਂ ਪਹਿਲਾਂ ਕਦੇ ਸੰਤਾਂ ਨੂੰ ਕਹਿ, ਨਾ ਆਪਾਂ ਕਹਿਣਾ, ਨਾ ਕਹੀਏ, ਕਿਉਂ ਕਹਾਂਗੇ? ਜਿਵੇਂ ਇੱਕ ਬੰਦੇ ਨੇ ਮੋਰਚਾ ਲਾ ਲਿਆ, ਸ਼ਹੀਦੀ ਦੇ, ਮੈਂ ਤਾਂ ਸ਼ਹੀਦੀ ਕਹੂੰ ਚਾਹੇ ਮੈਨੂੰ ਕੋਈ ਕੁਛ ਕਹੀ ਜਾਵੇ। ਉੱਥੇ ਕੁਰਬਾਨੀ ਦੇਤੀ, ਉਹ ਛੱਡ ਕੇ ਨਹੀਂ ਗਏ ਆਪਦੀ ਜੰਗ ਨੂੰ। ਜਿਹੜੇ ਹੋਰ ਕਾਮਰੇਡ ਨੇ ਉਹਨਾਂ ਦਾ ਓਪੀਨੀਅਨ ਕੀ ਆ ਸੰਤਾਂ ਬਾਰੇ? ਫਿਰ ਉਹਨਾਂ ਦਾ ਓਪੀਨੀਅਨ ਸੰਤਾਂ ਬਾਰੇ ਕੀ ਆ? ਮੈਂ ਕਾਮਰੇਡ ਨਹੀਂ ਹੈਗਾ, ਮੈਂ ਕਿਸਾਨਾਂ ਕੋਲ। ਜਿਹੜੇ ਵਿਰੋਧ ਕਰ ਰਹੇ ਆ ਉਹ ਤਾਂ ਕਹਿ ਰਹੇ ਆ ਕਿ ਕਾਮਰੇਡ ਬਿਆਨਬਾਜ਼ੀ ਕਰ ਰਹੇ ਆ ਸੰਤਾਂ ਨੂੰ ਲੈ ਕੇ, ਕੀ ਕਹੋਗੇ ਫਿਰ ਉਹਨਾਂ ਲੋਕਾਂ ਨੂੰ? ਨਹੀਂ, ਮੇਰੀ ਗੱਲ ਸੁਣ। ਉਹ ਦੇਣਗੇ ਜਵਾਬ ਆਪਦੀ ਗੱਲ ਦਾ, ਮੈਂ ਆਪਦੀ ਗੱਲ ਦਾ ਜਵਾਬ ਨਹੀਂ। ਉਹ ਕਹਿ ਰਹੇ ਆ ਕਿ ਕਾਮਰੇਡ ਸਟੇਜਾਂ ਤੋਂ ਅਜਿਹੀਆਂ ਸਟੇਟਮੈਂਟਸ ਦੇ ਰਹੇ ਆ, ਸਾਡੀਆਂ ਭਾਵਨਾਵਾਂ ਨੂੰ ਭੜਕਾ ਰਹੇ ਆ, ਅਜਿਹਾ ਲੋਕ ਵਿਰੋਧ ਕਰ ਰਹੇ ਆ। ਤੁਹਾਨੂੰ ਵੀ ਫੋਨ ਕਾਲਸ ਆਈਆਂ ਨੇ, ਕੀ ਕਹੋਗੇ? ਮੈਨੂੰ ਆਈਆਂ। ਜੇ ਕਿਸੇ ਦੀਆਂ ਮਨ ਭਾਵਨਾ ਮੇਰੀ ਗੱਲ ਤੋਂ ਭੜਕੀਆਂ ਨੇ ਗਈਆਂ, ਮੈਂ ਤੁਹਾਡੇ ਕੋਲ ਵੀ ਕਹਿਣਾ, ਪਹਿਲਾਂ ਵੀ ਕਹਿੰਦਾ ਮੈਨੂੰ ਕੋਈ ਫਰਕ ਨਹੀਂ, ਮੈਂ ਸੌਰੀ ਫੀਲ ਕਰਦਾ। ਜੇ ਕਿਸੇ ਦੀਆਂ, ਮੈਂ ਜਿਹੜੇ ਬੰਦਿਆਂ ਨੂੰ ਕਿਹਾ ਵਿਦੇਸ਼ਾਂ 'ਚ ਬੈਠੇ ਉਹਨਾਂ ਨੂੰ ਕਿਹਾ। ਕਿੰਨਾ ਲੋਕਾਂ ਨੂੰ ਕਿਹਾ ਗਿਆ? ਇੱਕ ਤਾਂ ਜਗਜੀਤ ਟਾਂਡਾ ਸੀ, ਕੋਈ ਪਹਿਲਾਂ ਚੌਹਾਨ, ਉਹਨੂੰ ਕਿ ਇੱਕ ਪੰਨੂ ਹੁਣ ਬਹੁਤ ਰੌਲਾ ਪਾ ਰਿਹਾ, ਜਿੱਦੇ ਅਸੀਂ ਇੱਧਰ ਜਾਣ ਉੱਧਰ ਨੂੰ ਰੌਲਾ ਪਾਇਆ ਬਹੁਤ ਜ਼ਿਆਦਾ। ਇੱਕ ਤਾਂ ਮੈਂ ਨੌਂ ਨਹੀਂ ਜਾਣਦਾ, ਮੈਨੂੰ ਵੀ ਗਾਲਾਂ ਕੱਢੀਆਂ। ਨਹੀਂ ਜਗਜੀਤ, ਅੱਛਾ ਤੁਸੀਂ ਜਗਜੀਤ ਚੌਹਾਨ ਬਾਰੇ ਸਟੇਟਮੈਂਟ ਦਿੱਤੀ ਆ?
ਹਾਂ ਮੇਰੀ ਉਹ ਹੈਗੀ ਹਾਂ ਉਸ ਜਿਹੜੇ ਕਿ ਮੈਂ ਭਜਦਾ ਵੀ ਨਹੀਂ ਜਿਹੜੀ ਕਹਿਤੀ। ਦੇਖੋ ਮੇਰਾ ਕੰਮ ਆ, ਮੇਰਾ ਦੋਲਣ ਤੇਰੇ ਚਾਲਣਾ ਸਾਡਾ ਲੋਕਾਂ ਨੂੰ। ਮੇਰਾ ਹੋਰ ਕੋਈ ਨਾ ਮਕਸਦ ਹੈ ਨਾ ਮੈਂ ਹੋਰ ਕਰਨਾ ਕੁਝ ਨਹੀਂ ਕਰਨਾ। ਤਾਂ ਜਗਜੀਤ ਚੌਹਾਨ ਬਾਰੇ ਤੁਸੀਂ ਇਹ ਸਟੇਟਮੈਂਟ ਦਿੱਤੀ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਆਖ ਰਹੇ ਹੋ ਕਿ ਬਾਕੀ ਸਭ ਦਾ ਓਪੀਨੀਅਨ ਵੀ ਇਹੀ ਹੈ ਜਗਜੀਤ ਚੌਹਾਨ ਬਾਰੇ, ਕਿਵੇਂ ਚਾਹੇ ਬਾਕੀ ਕਿਸਾਨ ਲੀਡਰਸ ਦੀ ਗੱਲ ਕਰੀਏ ਜਾਂ ਕਈ ਜਿਹੜੇ ਖੱਬੇ ਪੱਖੀ, ਤੁਹਾਨੂੰ ਵੀ ਖੱਬੇ ਪੱਖੀ ਆਖਿਆ ਜਾਂਦਾ ਹੈ ਤਾਂ ਇਸ ਕਰਕੇ ਕਾਮਰੇਡ ਸ਼ਬਦ ਜੋ ਹੈ ਵਰਤਿਆ ਗਿਆ ਹੈ। ਬਾਕੀ ਸਭ ਦਾ ਚਾਹੇ ਕਾਮਰੇਡ ਹੋਣ ਚਾਹੇ ਖੱਬੇ ਪੱਖੀ ਹੋਣ ਜਾਂ ਕਿਸਾਨ ਲੀਡਰਸ, ਬਾਕੀ ਸਭ ਦਾ ਓਪੀਨੀਅਨ ਵੀ ਇਹੀ ਹੈ ਚੌਹਾਨ ਬਾਰੇ। ਤੁਸੀਂ ਇਹ ਲਫ਼ਜ਼ਾਂ ਚ ਕਹੋ ਵੀ ਪੱਤੀ ਜਿੱਥੇ ਬੰਦਿਆਂ ਦਾ ਵੀ ਇਹੀ ਰਾਏ ਹੋ ਸਕਦੀ ਹੈ ਲੀਡਰ ਦੀ, ਐ ਮੇਰੀ ਰਾਏ ਨਹੀਂ ਜਿਹੜੇ ਵਿਰੋਧ ਕਰ ਰਹੇ ਆ ਉਹ ਕਾਮਰੇਡ ਸ਼ਬਦ ਵਰਤ ਰਹੇ ਆ ਕਿ ਤੁਸੀਂ ਖੱਬੇ ਪੱਖੀ ਨਹੀਂ ਹੋ ਫਿਰ? ਨਹੀਂ ਮੈਂ ਸਮਾਜਵਾਦ ਵਿਚਾਰਨ ਵਾਲਾ ਬੰਦਾ, ਮੈਂ ਅੱਜ ਕਿਸਾਨ ਲੀਡਰ ਆ। ਤਾਂ ਫਿਰ ਕਮਿਊਨਿਸਟ ਲਹਿਰ ਵੀ ਸਮਾਜਵਾਦ ਦੀ ਗੱਲ ਕਰਦੀ ਆ, ਕਮਿਊਨਿਸਟ ਲਹਿਰ ਵੀ ਸਮਾਜਵਾਦ ਦੀ ਗੱਲ ਕਰਦੀ ਆ, ਇਸ ਕਰਕੇ ਉਹ ਲੋਕ ਤੁਹਾਨੂੰ ਨਹੀਂ ਲੱਗਦਾ ਕਾਮਰੇਡ ਸ਼ਬਦ ਵਰਤ ਰਹੇ ਆ? ਸਹੀ ਨਹੀਂ ਉਹ ਸ਼ਬਦ ਫਿਰ ਨਾ ਵਰਤਿਆ ਜਾਵੇ? ਨਹੀਂ ਮੇਰੀ ਗੱਲ ਸੁਣੋ ਜੀ, ਉਹ ਕੁਛ ਮਰਜ਼ੀ ਵਰਤਣ, ਮੈਂ ਸਮਾਜਵਾਦ ਦੀ ਗੱਲ ਕਰਦਾ, ਠੀਕ ਹੈ ਨਾ। ਕਹਿੰਦਾ ਮੇਰਾ ਕਹਿਣ ਦਾ ਮਤਲਬ ਇੰਨਾ ਹੀ ਹੈ। ਮੈਂ ਕਹਿੰਦਾ ਸਾਡਾ ਮੇਰੀ ਸਾਰੀ ਟੇਕ ਦੋਲਣ ਤੇ ਹੈ। ਨਹੀਂ ਮਾਨਸਾ ਸਾਹਿਬ, ਮੇਰਾ ਸਵਾਲ ਇਹ ਸੀ ਕਿ ਚੌਹਾਨ ਬਾਰੇ ਹੋਰ ਵੀ ਜਿਹੜੇ ਕਾਮਰੇਡ ਨੇ ਉਹਨਾਂ ਦੇ ਵਿਚਾਰ ਇਹੀ ਨੇ, ਫਿਰ ਓਪੀਨੀਅਨ ਇਹੀ ਆ ਉਹਨਾਂ ਦਾ? ਉਹ ਦੱਸਣਗੇ, ਮੈਂ ਕਿਉਂ ਦੱਸੂ? ਨਹੀਂ ਤੁਸੀਂ ਖੱਬੇ ਪੱਖੀ ਨਹੀਂ ਹੋ ਤੁਸੀਂ, ਜਿਸ ਤਰੀਕੇ ਨਾਲ ਲੋਕ ਕਹਿ ਰਹੇ ਆ ਕਿ ਰੋਲਦੂ ਸਿੰਘ ਮਾਨਸਾ ਦਾ ਖੱਬੇ ਪੱਖੀ ਆ। ਜਿਹੜੇ ਵਿਰੋਧ ਕਰ ਰਹੇ ਆ ਤੁਹਾਡਾ ਉਹ ਕਹਿ ਰਿਹਾ ਰੋਲਦੂ ਸਿੰਘ ਮਾਨਸਾ ਦਾ ਖੱਬੇ ਪੱਖੀ ਨੇ। ਨਹੀਂ ਮੇਰੀ ਗੱਲ ਤਾਂ ਸੁਣੋ, ਠਹਿਰ ਜਾਓ, ਮੇਰੇ ਸਮਾਜਵਾਦ ਵਿਚਾਰ ਨੇ। ਤੇ ਫਿਰ ਜਿਹੜੇ ਕਮਿਊਨਿਸਟ ਲਹਿਰ ਨਾਲ ਸੰਬੰਧਿਤ ਨੇ ਉਹਨਾਂ ਦੇ ਵੀ ਸਮਾਜਵਾਦੀ ਵਿਚਾਰ ਨੇ, ਫਿਰ ਕੀ ਲੱਗਦਾ ਇਸੇ ਕਰਕੇ ਕਹਿ ਰਹੇ ਆ? ਨਹੀਂ ਉਹਨਾਂ ਦੇ ਵੀ ਹੋ ਸਕਦੇ ਸਮਾਜਵਾਦ ਵਿਚਾਰ, ਉਹਨਾਂ ਦੇ ਵੀ ਹੋ ਸਕਦੇ। ਦੇਖੋ ਸਮਾਜਵਾਦ ਦਾ ਤੇ ਪੂੰਜੀਵਾਦ ਵਿਚਾਰ ਦੋ ਵਿਚਾਰ ਨੇ, ਚੀਜ਼ਾਂ ਦਾ ਵਿਚਾਰ ਹੀ ਹੈਗਾ ਤੇ ਸਮਾਜਵਾਦ ਪੂੰਜੀਵਾਦ ਦੋ ਵਿਚਾਰ ਨੇ। ਸਮਝ ਗੱਲ, ਨਾਸਤਿਕ ਆਸਤਿਕ ਦੋ ਵਿਚਾਰ ਨੇ, ਹੋਰ ਤਾਂ ਵਿਚਾਰ ਹੀ ਨਹੀਂ। ਪੂੰਜੀਵਾਦ ਦੀਆਂ ਪਾਰਟੀਆਂ, ਸਮਾਜਵਾਦ ਦੀਆਂ ਪਾਰਟੀਆਂ। ਅੱਛਾ, ਜਿਸ ਤਰੀਕੇ ਨਾਲ ਵਿਰੋਧ ਹੋ ਰਿਹਾ, ਤੁਸੀਂ ਕਹਿ ਰਹੇ ਹੋ ਕਿ ਮੈਂ ਸੰਤਾਂ ਲਈ ਨਹੀਂ ਕਿਹਾ, ਸੰਤਾਂ ਦੇ ਲਈ ਨਾ ਮੈਂ ਸ਼ਬਦਾਵਲੀ ਵਰਤੀ ਹੈ, ਨਾ ਕਦੇ ਵਰਤਾਂਗਾ, ਨਾ ਅਸੀਂ ਪਹਿਲਾਂ ਕਦੇ ਵਰਤੀ ਹੈ। ਤੇ ਕੀ ਬਾਕੀ ਕਿਸਾਨ ਲੀਡਰਸ ਆ ਸੰਤਾਂ ਦੇ ਲਈ ਉਹਨਾਂ ਦਾ ਵੀ ਉਹੀ ਓਪੀਨੀਅਨ ਆ ਜੋ ਤੁਸੀਂ ਕਹਿ ਰਹੇ ਹੋ ਕਿ ਮੇਰੇ ਲਈ ਸਤਿਕਾਰਤ ਨੇ? ਨਹੀਂ ਉਹ ਦੱਸਣਗੇ। ਮੈਂ ਕੋਈ ਸੰਤਾਂ ਦੇ ਖਿਲਾਫ ਨਾ ਪਹਿਲਾਂ ਬੋਲਿਆ, ਨਾ ਹੁਣ ਬੋਲਣਾ, ਨਾ ਬੋਲਿਆ, ਬਿਲਕੁਲ ਵੀ ਨਹੀਂ, ਸਵਾਲ ਨਹੀਂ ਪੈਦਾ ਹੁੰਦਾ। ਦੇਖੋ ਮੈਨੂੰ ਇੱਕ ਗੱਲ ਸੁਣ ਲਓ ਮੇਰੀ ਗੱਲ, ਸੰਤਾਂ ਨੇ ਜੋ ਆਪਦੀ ਲੜਾਈ ਛੇੜੀ, ਉਹਨਾਂ ਨੇ ਕੁਰਬਾਨੀ ਦਿੱਤੀ, ਉਹ ਭੱਜੇ। ਮੈਂ ਸਤਿਕਾਰ ਕਰਦਾ ਗੱਲ ਨਹੀਂ ਹੈ। ਸੰਤ ਜਿਸ ਤਰੀਕੇ ਦੇ ਨਾਲ ਕਹਿ ਰਹੇ ਸੀ ਕਿ ਜੇ ਦਰਬਾਰ ਸਾਹਿਬ ਤੇ ਅਟੈਕ ਹੁੰਦਾ ਉਸ ਤੋਂ ਬਾਅਦ ਖਾਲਿਸਤਾਨ ਦੀ ਗੱਲ ਉਹਨਾਂ ਨੇ ਕੀਤੀ ਕਿ 6 ਜੂਨ 84 ਨੂੰ ਨੀਂਹ ਧਰੀ ਗਈ ਖਾਲਿਸਤਾਨ ਦੀ। ਕੀ ਰੋਲਦੂ ਸਿੰਘ ਮਾਨਸਾ ਗੱਲ ਕਰਦੇ ਨੇ ਖਾਲਿਸਤਾਨ ਦੀ? ਨਹੀਂ ਦੋ ਗੱਲਾਂ ਹੈ। ਕੁਛ ਸਾਡੇ ਸਿੰਘਾਂ ਦੀ ਗੱਲ ਕਰ ਲਈਏ ਜਾਂ ਸੰਤਾਂ ਦੇ ਵਿਚਾਰਧਾਰਾ ਦੀ ਗੱਲ ਕਰੀਏ, ਉਹ ਖਾਲਸਾ ਮੰਗਦੇ ਨੇ। ਠੀਕ ਹੈ, ਸੁਣ ਲਓ ਮੇਰੇ ਧਿਆਨ ਨਾਲ ਗੱਲ, ਅਸੀਂ ਇਨਕਲਾਬ ਮੰਗਦੇ। ਠੀਕ ਹੈ, ਉਹ ਆਪਦਾ ਹੱਕ ਉਹਨੂੰ ਮੰਗਣਾ ਚਾਹੀਦਾ, ਸਾਡਾ ਹੱਕ ਵੀ ਇਨਕਲਾਬ ਕਰਨਾ। ਨਹੀਂ ਸੰਤ ਜਿਸ ਤਰੀਕੇ ਦੇ ਨਾਲ ਪਹਿਲਾਂ ਆਨੰਦਪੁਰ ਮਤੇ ਦੀ ਗੱਲ ਕਰਦੇ ਆ, ਜਦੋਂ ਅਟੈਕ ਹੁੰਦਾ ਦਰਬਾਰ ਸਾਹਿਬ ਤੇ ਉਹ ਕਹਿੰਦੇ ਕਿ 6 ਜੂਨ ਨੂੰ ਖਾਲਿਸਤਾਨ ਦੀ ਨਹੀਂ ਰੱਖੀ ਗਈ। ਤੁਸੀਂ ਕਿਹਾ ਕਿ ਮੈਂ ਸਤਿਕਾਰ ਕਰਦਾ ਉਹਨਾਂ ਦਾ, ਕੀ ਫਿਰ ਰੋਲਦੂ ਸਿੰਘ ਮਾਨਸਾ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਗੇ? ਉਹ ਉਹਨਾਂ ਦੀ ਲੜਾਈ ਹੈ। ਮੇਰਾ ਕਹਿਣ ਦਾ ਮਤਲਬ ਹੈ ਵੀ ਜਿਹੜੀ ਉਹਨਾਂ ਨੇ ਲੜਾਈ ਛੇੜੀ, ਆਖਰੀ ਤੱਕ ਦਮ ਤੱਕ ਲੜੀ। ਮੇਰੀ ਸੁਣ ਲਓ, ਅਸੀਂ ਮੋਰਚੇ ਤੇ ਲੜ ਰਹੇ ਹਾਂ, ਸਾਡੀ ਲੜਾਈ ਨਾਲ ਕੋਈ ਨਾ ਸਹਿਮਤ ਹੋਵੇ, ਪਰ ਸਾਨੂੰ ਇਹ ਤਾਂ ਕਹਿ ਸਕਦਾ ਵੀ ਕਿਸਾਨ ਲੀਡਰ ਆਖਰੀ ਦਮ ਤੱਕ ਲੜੇ, ਲੜਾਈ ਨਾਲ ਨਾ ਸਹਿਮਤ ਹੋਵੇ। ਮਾਨਸਾ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਸਟੇਟਮੈਂਟ ਦਿੱਤੀ ਹੈ ਉਸ ਤੋਂ ਬਾਅਦ ਲਗਾਤਾਰ ਵਿਰੋਧ ਹੋ ਰਿਹਾ, ਕੀ ਉਹ ਸਹਿਜ ਸੁਭਾਏ ਸਟੇਟਮੈਂਟ ਦਿੱਤੀ ਗਈ ਜਾਂ ਪਹਿਲਾਂ ਮਿੱਥਿਆ ਗਿਆ ਸੀ ਮੀਟਿੰਗ ਦੇ ਵਿੱਚ ਇਦਾਂ ਦੀਆਂ ਸਟੇਟਮੈਂਟਸ? ਮੈਂ ਇੱਕੋ ਗੱਲ ਕਹਿਣਾ ਚਾਹੁੰਦਾ, ਮੈਂ ਜਿਹੜਾ ਉਹ ਪੰਨੂ ਹੈ ਜਿਹੜਾ ਬਹੁਤ ਵੱਡੀਆਂ ਗੱਲਾਂ ਘੁਮਾ ਰਿਹਾ ਹੈ, ਮੈਂ ਇੱਕ ਤਰ੍ਹਾਂ ਦਾ ਸਮਝ ਲਓ ਉਸੇ ਦਾ ਪੇਚਾ ਪਾ। ਕੋਈ ਮੈਨੂੰ ਕੋਈ ਡਰ ਨਹੀਂ, ਖਤਰਾ ਨਹੀਂ, ਕੋਈ ਚਿੰਤਾ ਨਹੀਂ ਮੈਂ ਕਰਦਾ ਇਸ ਗੱਲ ਦੀ। ਮੇਰਾ ਕੋਈ ਸ਼ੱਕ ਦਾ ਮਨਾ ਰੌਲਾ ਨਹੀਂ, ਕੋਈ ਮੇਰਾ ਉਹਨਾਂ ਨਾਲ ਕੋਈ ਡਿੱਕਾ ਨਹੀਂ। ਉਸ ਬੰਦੇ ਨਾਲ ਮੇਰਾ ਹੈ ਪੰਗਾ ਪਿਆ ਨਹੀਂ। ਜਿਸ ਤਰੀਕੇ ਨਾਲ ਹੋਰ ਵੀ ਜੇ ਖੇਤੀ ਬਿੱਲਾਂ ਦਾ ਮੁੱਦਾ ਸੀ ਜਾਂ ਕਹਿ ਲਈਏ ਪਹਿਲਾਂ ਵੀ ਤੁਸੀਂ ਚਾਹੇ ਲੱਖੇ ਜਾਂ ਦੀਪ ਬਾਰੇ ਸਟੇਟਮੈਂਟਸ ਦਿੱਤੀਆਂ ਸੀ, ਉਦੋਂ ਬਾਅਦ ਵੀ ਤੁਹਾਡਾ ਵਿਰੋਧ ਹੋਇਆ ਸੀ ਲਗਾਤਾਰ। ਕਾਮਰੇਡ ਰਜਿੰਦਰ ਸਿੰਘ ਵੀ ਲਗਾਤਾਰ ਜੋ ਹੈ ਵਿਵਾਦਾਂ 'ਚ ਰਹਿੰਦੇ ਨੇ, ਦੀਪ ਸਿੰਘ ਵਾਲਾ, ਪਰ ਉਸ ਤੋਂ ਬਾਅਦ ਹੁਣ ਤੁਸੀਂ ਵਿਵਾਦਾਂ ਦੇ ਵਿੱਚ ਹੋ। ਨਹੀਂ ਮੇਰੀ ਗੱਲ ਵਿਵਾਦਾਂ ਤੇ ਮੱਲੋਬੰਦੀ ਪਾ ਲਾਂਗੇ।
ਮੇਰਾ ਕੋਈ ਵਿਵਾਦਾਂ 'ਚ ਪੈਣ ਦਾ ਮਤਲਬ ਨਹੀਂ, ਨਾ ਮੈਂ ਪੈਣਾ ਹੈ। ਨਹੀਂ ਫਿਰ ਇਹ ਜੇ ਕੋਈ ਮੰਨ ਲਓ ਸਟੇਟਮੈਂਟ ਤੁਸੀਂ ਕਹਿ ਰਹੇ ਹੋ ਕਿ ਵਿਵਾਦਾਂ 'ਚ ਮੈਂ ਨਹੀਂ ਪੈਣਾ ਚਾਹੁੰਦਾ ਸੀ, ਫਿਰ ਸਟੇਟਮੈਂਟ ਕਿਉਂ ਦਿੱਤੀ ਗਈ ਜਦੋਂ ਬਾਕੀ ਲੀਡਰਸ ਨੇ ਨਹੀਂ ਦਿੱਤੀ ਅਜਿਹੀ ਸਟੇਟਮੈਂਟਸ? ਤੁਸੀਂ ਕੰਟਰੋਵਰਸ਼ੀਅਲ ਸਟੇਟਮੈਂਟਸ ਕਹਿੰਦੇ ਦੇ ਰਹੇ ਹੋ ਲਗਾਤਾਰ। ਨਹੀਂ ਖੜ ਜਾ, ਜੇ ਕੋਈ ਅਮਰੀਕਾ 'ਚ ਬਹਿ ਕੇ ਸਾਨੂੰ ਗਾਲਾਂ ਕੱਢੂਗਾ, ਅਮਰੀਕਾ 'ਚ ਬਹਿ ਕੇ ਸਾਡੇ ਅੰਦੋਲਨ ਨੂੰ ਖਰਾਬ ਕਰੂਗਾ, ਅਸੀਂ ਆਪਣੇ ਅੰਦੋਲਨ ਨੂੰ ਚਲਾਉਣਾ ਹੈ, ਉਹ ਕੁਛ ਹੋਰ ਉਲਟ ਸੁਲਟ ਕਹੂਗਾ, ਉਹ ਤਾਂ ਅਸੀਂ ਕਹੀ ਸਕਦੇ ਨਹੀਂ ਮਾੜੀ ਗੱਲ। ਜੀ ਕੀ ਮੀਟਿੰਗਸ ਦੇ ਵਿੱਚ ਡਿਸਾਈਡ ਹੁੰਦਾ ਵੀ ਕੀ ਬੋਲਣਾ ਤੁਸੀਂ ਸਟੇਜ ਦੇ ਉੱਤੇ, ਜਾਂ ਇੰਡੀਵਿਜੂਅਲ ਤੌਰ ਤੇ ਤੁਸੀਂ ਕੋਈ ਵੀ ਬਿਆਨ ਦੇ ਦਿੰਦੇ ਹੋ? ਜਿਸ ਤਰੀਕੇ ਨਾਲ ਪਹਿਲਾਂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਸੀ ਕਿ ਲਾਲ ਕਿਲੇ ਤੇ ਜਾਣ ਵਾਲੇ ਸਰਦਾਰ ਨਹੀਂ ਗੱਦਾਰ, ਬਾਅਦ ਦੇ ਵਿੱਚ ਉਸ ਨੂੰ ਕਾਊਂਟਰ ਕਰਦਾ ਰਿਹਾ ਸਾਰਾ ਮੋਰਚਾ। ਇਹ ਜਵਾਬ ਉਹ ਦੇ ਸਕਦਾ ਤੁਸੀਂ ਜੋ ਮੈਂ ਕੁਝ ਕਹਿ ਮੈਥੋਂ ਪੁੱਛੋ, ਠੀਕ ਹੈ ਨਾ ਗੱਲ? ਨਹੀਂ ਫਿਰ ਬਾਅਦ ਦੇ ਵਿੱਚ ਮੋਰਚਾ ਕਾਊਂਟਰ ਕਰਦਾ ਸਾਰੀ ਗੱਲ ਨੂੰ, ਇੰਡੀਵਿਜੂਅਲ ਤੌਰ ਤੇ ਜੇ ਕੋਈ ਬਿਆਨ ਦੇ ਜਾਂਦਾ। ਤੁਸੀਂ ਮੇਰੀ ਗੱਲ ਸੁਣੋ, ਅਸੀਂ ਕਿਹਾ ਵੀ ਅਸੀਂ ਮਤਲਬ ਮਾਰਚ ਕਰਾਂਗੇ ਆ ਜਿਹੜਾ ਹੁਣ ਅਸੀਂ ਕਰਿਆ ਗਿਆ, ਠੀਕ ਹੈ ਨਾ ਗੱਲ? ਹੁਣ ਸਾਨੂੰ ਤਾਂ ਵਿੱਚ ਵੀ ਪਾਰਲੀਮੈਂਟ ਦੇ ਅੰਦਰ ਨਹੀਂ ਗਏ, ਉਹ ਕਹੀ ਚਲੋ ਤੁਹਾਡੀ ਸਮਝ ਹੁੰਦੀ ਹੈ, ਐ ਪਾਰਲੀਮੈਂਟ ਸਾਨੂੰ ਬੜਾ ਚੁਣੇ ਕੌਣ ਜਾਣਦੇ ਸੀ। ਹਾਂ ਮਤਲਬ ਕਿ ਸਾਡਾ ਮੇਰਾ ਖਿਆਲ ਹੈ ਜਿਹੜਾ ਅਸੀਂ ਪ੍ਰੋਗਰਾਮ ਦਾ ਕਰ ਰਿਹਾ ਵਧੀਆ, ਲੋਕਾਂ ਦੀ ਹਮਾਇਤ ਹੈ। ਅੱਛਾ ਜਿਹੜੀ ਗੱਲ ਹੋਰ ਕਰ ਲਓ, ਜਿੰਨੀਆਂ ਸਿੱਖ ਸੰਸਥਾਵਾਂ ਹੈ ਉਹ ਲੰਗਰ ਚਲਾ ਰਹੀਆਂ, ਜਿਹੜੀਆਂ ਖਾਸ ਪੰਚਾਇਤ ਹੈ ਉਹ ਲੰਗਰ ਚਲਾ ਰਹੀਆਂ, ਜਿਹੜੀਆਂ ਮੁਸਲਮਾਨ ਕੋਈ ਸੰਸਥਾਵਾਂ ਉਹ ਚਲਾ ਰਹੀਆਂ, ਚੱਲਦਾ ਹੀ ਉਹਨਾਂ ਦੇ ਸਿਰ ਤੇ ਸਾਰਾ ਕੁਝ। ਜੇ ਆਪਾਂ ਗੱਲ ਕਰੀਏ ਕਦੇ ਕਿਸਾਨ ਵੀ ਕੀ ਕਰ ਲੈਣਗੇ? ਨਹੀਂ ਜੋ ਸਟੇਟਮੈਂਟ ਦਿੱਤੀ ਗਈ ਸੀ ਰਜਿੰਦਰ ਹੋਰਾਂ ਦੇ ਵੱਲੋਂ, ਕੀ ਰੋਲਦੂ ਸਿੰਘ ਮਾਨਸਾ ਉਹਦੇ ਨਾਲ ਸਹਿਮਤ ਨੇ? ਫਿਰ ਲਾਲ ਕਿਲੇ ਤੇ ਜਾਣ ਵਾਲੇ ਸਰਦਾਰ ਨਹੀਂ ਗੱਦਾਰ। ਮੇਰੀ ਗੱਲ ਸੁਣੋ ਜੀ, ਉਹ ਜਵਾਬ ਉਹ ਦਿਓ, ਉਹ ਦਿਓ। ਨਹੀਂ ਕੀ ਡਿਸਾਈਡ ਨਹੀਂ ਹੁੰਦਾ ਮੀਟਿੰਗ ਦੇ ਵਿੱਚ ਵੀ ਇਹ ਗੱਲ ਨਹੀਂ ਬੋਲਣੀ ਚਾਹੀਦੀ, ਕੰਟਰੋਵਰਸ਼ੀਅਲ ਬਿਆਨ ਨਾ ਦਿੱਤੇ ਜਾਣ, ਬਾਅਦ ਚ ਮੋਰਚਾ ਉਹਨੂੰ ਕਾਊਂਟਰ ਕਰਦਾ? ਜੇ ਨਾ ਹੁੰਦਾ ਜੀ ਮੀਟਿੰਗਾਂ 'ਚ ਬਾਹਰ ਕਹਿੰਦੇ ਜੀ ਕਿਸੇ ਲੀਡਰ ਤੋਂ ਗਲਤ ਬੋਲਿਆ ਗਿਆ ਉਹਨੂੰ ਸਜ਼ਾ ਵੀ ਮਿਲਦੀ ਆ, ਸਾਰਾ ਕੁਝ ਹੁੰਦਾ ਵੀ ਤਾਂ ਗਲਤ ਗੱਲ ਬੋਲਿਆ ਹੁੰਦਾ, ਉਹ ਸਭ ਇਹ ਹੁੰਦਾ ਬਾਅਦ ਨੇ। ਜੇ ਸ਼ਾਇਦ ਆਹ ਗੱਲ ਤੇ ਮੇਰਾ ਬਦਲਾਅ ਵੀ ਹੋ ਸਕਦਾ ਹੈ ਮੀਟਿੰਗ 'ਚ, ਮੇਰੇ ਬਾਰੇ ਕੋਈ ਕੀ ਸੋਚਦਾ, ਮੈਂ ਉਹਦੀ ਵੀਡੀਓ ਦਿਖਾ ਦੂੰਗਾ ਵੀ ਦੇਖੋ ਬੰਦਾ। ਹੁਣ ਇਹ ਸਾਰੇ ਸਿੱਖ ਧਰਮ ਵਾਲੇ ਲੋਕ, ਸਾਰੇ ਧਰਮਾਂ ਦੇ ਲੋਕ, ਮੁਸਲਮਾਨ ਹਿੰਦੂ ਬੈਠੇ ਅਸੀਂ, ਮੈਂ ਉਹਦੀ ਵੀਡੀਓ ਸੁਣਾ, ਮੇਰੀ ਵੀਡੀਓ ਤੁਸੀਂ ਸੁਣ ਲਓ, ਦੱਸੋ ਤੁਸੀਂ ਮੇਰੀ ਵੀਡੀਓ ਜੋ ਕੱਢ ਕੇ ਦਿਖਾਓ ਮੈਂ ਕਿੱਦਾਂ ਲਾਉਂਦੇ ਆ। ਕੀ ਜ਼ਰੂਰੀ ਸੀ ਉਹ ਬਿਆਨ ਦੇਣਾ ਤੁਹਾਨੂੰ ਲੱਗਦਾ? ਮੋਰਚੇ ਦੀ ਸਟੇਜ ਤੋਂ ਅਜਿਹਾ ਬਿਆਨ ਦੇਣਾ ਜ਼ਰੂਰੀ ਸੀ? ਹਾਂ, ਜਿਹੜੇ ਬਾਹਰੋਂ ਗਾਲਾਂ ਕੱਢਦੇ ਨੇ, ਸਾਨੂੰ ਉਲਟ ਸੁਲਟ ਚਲਾਉਂਦੇ ਨੇ, ਉਹਦੇ ਬਾਰੇ ਸਾਨੂੰ ਬੋਲਣਾ ਜ਼ਰੂਰੀ ਹੈ। ਜਿਹੜੇ ਬਾਹਰ ਬੜੇ ਵਿਦੇਸ਼ਾਂ ਉਰੇ ਆਉਣ, ਡਾਲਰ ਕਿਉਂ ਕਮਾਉਂਦੇ ਨੇ, ਇੱਥੇ ਆਉਣ, ਜਿਵੇਂ ਸੰਤ ਪਿੰਡ ਵਾਲੇ ਲੜਾਈ ਤੇ ਉਹ ਜਾ ਕੇ ਲੜਾਈ ਹੈ ਉਰੇ ਆਉਂਦੇ ਆਉਣ, ਪਤਾ ਫਿਰ ਲੱਗੂ ਨਾ ਆਉਣ। ਕਿ ਬਾਕੀ ਸਭ ਦਾ ਜੋ ਓਪੀਨੀਅਨ ਆ ਉਹ ਵੀ ਇਹੀ ਆ ਤੁਹਾਡੇ ਵਾਂਗ, ਬਾਕੀ ਕਿਸਾਨ ਲੀਡਰਸ ਦਾ, ਜਾਂ ਜਿਸ ਤਰੀਕੇ ਦੇ ਨਾਲ ਅਸੀਂ ਗੱਲ ਕਰ ਰਹੇ ਸੀ? ਉਹ ਕਿਸਾਨ ਲੀਡਰ ਆਪੇ ਦੱਸਣਗੇ, ਉਹ ਆਪੇ। ਇਹ ਇੰਡੀਵਿਜੂਅਲ ਬਿਆਨ ਸੀ ਫਿਰ ਜੋ ਰੋਲਦੂ ਸਿੰਘ ਮਾਨਸਾ ਦਾ ਜੋ ਸਟੇਜ ਤੇ ਦਿੱਤਾ ਗਿਆ? ਮੇਰਾ ਬਿਆਨ ਦੁਬਾਰੇ ਕਦੋਂ ਮੈਂ ਸੰਤਾਂ ਦੇ ਕੁਛ ਨਹੀਂ ਖਿਲਾਫ ਬੋਲਿਆ, ਨਾ ਮੈਂ ਬੋਲਣਾ ਨਾ ਬੋਲੀ, ਠੀਕ ਹੈ? ਜਿਹੜੇ ਬਾਹਰ ਬੈਠੇ ਨੇ ਚਾਹੇ ਮੇਰਾ ਕੁਛ ਵੀ ਕਰਦਾ ਬੋਲੂਗਾ ਉਹਨਾਂ ਦੇ ਖਿਲਾਫ ਨਾ ਹਟਾ। ਪਰ ਜਿਹੜੇ ਵਿਰੋਧ ਕਰ ਰਹੇ ਆ, ਜਿਹੜੇ ਪੋਸਟਾਂ ਪਾ ਰਹੇ, ਤੁਹਾਨੂੰ ਵੀ ਫੋਨ ਕਾਲਸ ਆਈਆਂ ਕਿ ਤੁਸੀਂ ਜੋ ਬਿਆਨ ਦਿੱਤਾ ਗਲਤ ਦਿੱਤਾ? ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ, ਉਹਨਾਂ ਦੀ ਸਮਝ ਹੈ। ਹੈਲੋ ਜੀ ਨਹੀਂ ਉਹਨੇ ਸਮਝਿਆ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਨਹੀਂ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਸੰਤਾਂ ਦਾ ਮੈਂ ਸਤਿਕਾਰ ਕਰਦਾ, ਪਰ ਜਿਹੜੇ ਸੰਤਾਂ ਦੇ ਵਿਚਾਰ ਸੀ ਉਹਨਾਂ ਨਾਲ ਕੀ ਅਸਹਿਮਤ ਹੋ ਫਿਰ ਤੁਸੀਂ? ਉਹ ਲੜਾਈ ਹੈ ਤੁਹਾਡੀ, ਅਸੀਂ ਇਨਕਲਾਬ ਕਰਨਾ ਚਾਹੁੰਦੇ ਹਾਂ। ਸੰਤ ਸਾਹਿਬ ਸਾਡੇ ਕੀ ਸੰਤ ਤਰ੍ਹਾਂ ਦੇ ਕੌਮ ਦੇ ਉਹ ਖਾਸ ਤਰ੍ਹਾਂ ਬਣਾਉਣਾ ਚਾਹੁੰਦੇ। ਮੈਂ ਕਿਹਾ ਠੀਕ ਹੈ ਜੀ, ਸਮਝ ਤੁਹਾਡੀ ਹੋ ਕਰ ਸਕਦਾ, ਮੇਰੀ ਸਮਝ ਮੈਂ ਇਨਕਲਾਬ ਕਰਨਾ। ਕੀ ਉਹ ਇਨਕਲਾਬ ਨਹੀਂ ਸੀ ਫਿਰ ਜੋ ਤੁਸੀਂ ਕਹਿੰਦੇ ਹੋ ਕਿ ਸਟੇਟ ਦੇ ਖਿਲਾਫ? ਤੁਸੀਂ ਕਹਿ ਰਹੇ ਹੋ ਅੱਜ ਸਟੇਟ ਦੇ ਖਿਲਾਫ ਤੁਸੀਂ ਮੋਰਚਾ ਲਾਇਆ ਹੋਇਆ, ਉਦੋਂ ਵੀ ਨੌਜਵਾਨ ਸਟੇਟ ਦੇ ਖਿਲਾਫ ਲੜ ਲਏ ਸੀ, ਕੀ ਉਹ ਇਨਕਲਾਬ ਨਹੀਂ ਸੀ? ਮੈਂ ਤਾਂ ਇਹ ਸਮਝਿਆ ਕਿ ਤਬਦੀਲੀ ਦੀ ਹੋਈ। ਕਿ ਅੱਗੇ ਤੋਂ ਅਜਿਹੇ ਜੋ ਬਿਆਨ ਆ ਕੰਟਰੋਵਰਸ਼ੀਅਲ ਬਿਆਨ ਨਹੀਂ ਦਿੱਤੇ ਜਾਣਗੇ? ਤੁਹਾਨੂੰ ਲੱਗਦਾ ਵੀ ਨਾ ਦਿੱਤੇ ਜਾਣ ਅਜਿਹੇ ਬਿਆਨ? ਜਿਹੜੇ ਬਾਹਰੋਂ ਬੈਠਣਗੇ ਨਾ, ਚਾਹੇ ਮੈਨੂੰ ਜਾਨ ਵੀ ਦੇਣੀ ਪੈ ਜਾ ਵੀ ਜਾਨ ਦੇ ਦੂੰਗਾ, ਬੋਲੂ ਉਹਨਾਂ ਦੇ ਖਿਲਾਫ, ਜਿਹੜੇ ਬਾਹਰੋਂ ਬੋਲਣਗੇ। ਇੱਥੋਂ ਦੀ ਮੈਂ ਜਰਦੀ ਸਾਹਿਬ ਦਾ, ਬਾਹਰ ਦੇ ਮੈਂ ਜਰਨੀ। ਪੰਨੂ ਦੇ ਖਿਲਾਫ ਸਾਰੇ ਜੋ ਨੇ ਇਕੱਠੇ ਨੇ, ਜਿਸ ਤਰੀਕੇ ਨਾਲ ਤੁਸੀਂ ਬਿਆਨ ਦਿੱਤਾ, ਮੋਰਚੇ ਦਾ ਬਿਆਨ ਸੀ ਫਿਰ ਉਹ? ਨਹੀਂ ਮੋਰਚੇ ਦਾ ਕੋਈ ਬਿਆਨ ਨਹੀਂ, ਰੂਪ ਸਿੰਘ ਦਾ ਬਿਆਨ ਹੈ। ਪੰਨੂ ਦੇ ਐਂਟੀ ਰਹੋਗੇ ਤੁਸੀਂ? ਹਾਂ, ਜਿੰਨੇ ਜੋ ਸਾਡੇ ਘਰ ਇੱਥੇ ਸਾਨੂੰ ਭੜਕਾਊਗਾ, ਸਾਨੂੰ ਸਾਡੇ ਅੰਦੋਲਨ ਨੂੰ ਖਰਾਬ ਕਰੂਗਾ, ਖਿਲਾਫ ਬੋਲੂ।
ਕੀ ਲੱਗਦਾ ਤੁਹਾਨੂੰ ਪੰਨੂ ਬਾਰੇ ਹੀ ਕਿਉਂ ਤੁਸੀਂ ਇਸ ਤਰੀਕੇ ਨਾਲ ਬੋਲੇ, ਜਾਂ ਕੀ ਲੱਗਦਾ ਕਿਉਂ ਵੀ ਉਹਨਾਂ ਵੱਲੋਂ ਬਿਆਨ ਦਿੱਤੇ ਗਏ ਜਾਂ ਕੋਈ? ਹਾਂ ਦਿੱਤਾ ਬਿਆਨ ਉਹਨੇ, ਸਾਡੇ ਜਾਣ ਤੋਂ ਪਹਿਲਾਂ ਬਿਆਨ ਦਿੱਤੇ ਨੂੰ ਸਾਰਾ ਕੁਝ ਕਰਿਆ ਹੈ। ਉਹ ਤੁਸੀਂ ਵੀਡੀਓ ਦੇਖ ਲਿਓ, ਮੈਨੂੰ ਦੱਸਣ ਦੀ। ਤੁਹਾਨੂੰ ਕੀ ਲੱਗਦਾ ਪੰਨੂ ਕੀ ਆ, ਕੌਣ ਆ ਉਹ, ਕੀ ਲੱਗਦਾ ਮੈਂ ਮੇਰੀ ਗੱਲ ਮੈਂ ਢਗਾਈ ਬਾਰੇ ਜਾਣਦਾ ਨਹੀਂ। ਬਹੁਤੇ ਲੋਕ ਆਖਦੇ ਆ ਕਿ ਏਜੰਸੀਆਂ ਦਾ ਪਲਾਂਟ ਕੀਤਾ ਹੋਇਆ ਬੰਦਾ ਪੰਨੂ, ਤੁਹਾਨੂੰ ਕੀ ਲੱਗਦਾ? ਮੈਂ ਕੁਝ ਨਹੀਂ ਕਹਿਣਾ ਕਿਹਨੇ ਵੱਟ ਕਰੇ, ਮੈਂ ਬਾਹਰ ਢਗਾਈ ਬਾਰੇ ਨਹੀਂ। ਪਰ ਜਿਸ ਤਰੀਕੇ ਦੇ ਨਾਲ ਕੰਟਰੋਵਰਸ਼ੀਅਲ ਬਿਆਨ ਜਿਹੜੇ ਦਿੱਤੇ ਜਾਂਦੇ ਆ ਉਸ ਤੋਂ ਬਾਅਦ ਵਿਰੋਧ ਵੀ ਹੁੰਦਾ, ਚਾਹੇ ਪਹਿਲਾਂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦਾ ਹੋਇਆ ਸੀ, ਬਾਅਦ ਦੇ ਵਿੱਚ ਤੁਸੀਂ ਵੀ ਲੱਖੇ ਜਾਂ ਦੀਪ ਬਾਰੇ ਬਿਆਨ ਦਿੱਤਾ, ਹੁਣ ਇੱਕ ਵਾਰ ਫਿਰ ਤੋਂ ਤੁਹਾਡਾ ਵਿਰੋਧ ਹੋ ਰਿਹਾ। ਕੀ ਅਜਿਹੇ ਜਿਹੜੇ ਬਿਆਨ ਉਹਨਾਂ ਤੋਂ ਬਚਿਆ ਜਾਊਗਾ? ਬਾਅਦ ਦੇ ਵਿੱਚ ਮੋਰਚਾ ਕਾਊਂਟਰ ਕਰਦਾ ਉਹਨਾਂ ਬਿਆਨਾਂ ਨੂੰ ਕਿ ਇੰਡੀਵਿਜੂਅਲ ਬਿਆਨ ਸੀ, ਮੋਰਚੇ ਦੇ ਬਿਆਨ ਨਹੀਂ ਸੀ। ਦੇਖੋ ਇਹ ਗੱਲ ਮੈਂ ਤੁਹਾਡੀ ਨਾਲ ਕੁਝ ਹੱਦ ਤੱਕ ਸਹਿਮਤ ਹੋ ਜਾਣਾ ਵੀ ਅਸੀਂ ਮੋਰਚੇ ਤੱਕ ਸੀਮਿਤ ਰਹੀਏ। ਮਾਨਸਾ ਸਾਹਿਬ, ਇਸ ਬਿਆਨ ਤੋਂ ਬਾਅਦ ਕੋਈ ਗੱਲਬਾਤ ਹੋਈ, ਲੀਡਰਸ਼ਿਪ ਨੇ ਕੋਈ ਗੱਲਬਾਤ ਕੀਤੀ ਤੁਹਾਡੇ ਨਾਲ ਜਦੋਂ ਵਿਰੋਧ ਹੋਇਆ? ਨਹੀਂ ਮੈਂ ਤਾਂ ਮਤਲਬ ਅੱਜ ਹੋਈ ਨਹੀਂ ਗੱਲ, ਮੇਰੀ ਵਾਲੀ ਨਹੀਂ ਗੱਲ ਹੋਈ। ਮੀਟਿੰਗ ਹੋਊ ਸਾਡੀ 25 ਦੀ ਕੱਲ ਨੂੰ ਮੀਟਿੰਗ ਆ, ਮੈਂ ਕਿਤੇ ਬਾਹਰ ਆ, ਸਾਡੇ ਲੀਡਰ ਜਾਣਗੇ। ਕੋਈ ਕਿਸੇ ਦੀ ਫੋਨ ਕਾਲ ਵੀ ਨਹੀਂ ਆਈ ਕਿਸੇ ਲੀਡਰ ਦੀ ਵੀ ਜ਼ਿਆਦਾ ਵਿਰੋਧ ਹੋ ਰਿਹਾ ਜਾਂ ਇਸ ਤਰੀਕੇ ਦੇ ਨਾਲ ਪ੍ਰਚਾਰਿਆ ਜਾ ਰਿਹਾ, ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਮੈਂ ਤਾਂ ਸੰਤਾਂ ਬਾਰੇ ਕਿਹਾ ਨਹੀਂ ਪਰ ਪ੍ਰਚਾਰਿਆ ਜਾ ਰਿਹਾ? ਮੇਰਾ ਕਹਿਣਾ ਇੱਕ ਮੇਰੀ ਵੀਡੀਓ ਸੁਣ ਲੈਣ, ਹਰ ਇੱਕ ਬੰਦਾ ਜਿਹੜਾ ਮੇਰਾ ਵਿਰੋਧ ਕਰਦਾ ਸਾਰੀ ਗੱਲ ਸੁਣ ਲੈਣ। ਇਹਨਾਂ ਬਸ ਮੈਂ ਵੀਡੀਓ ਦੀ ਆਦੀ ਬਾਤ ਆ ਦਿੱਤੀ, ਮੈਂ ਕਿਹਾ ਵੀ ਜੇ ਕਿਸੇ ਮਾਨੂੰ ਭਾਵਨਾ ਨੂੰ ਠੇਸ ਪੁੱਜੇ ਮੈਂ ਵੀ ਗੱਲ ਸੌਰੀ ਪੇ ਕਰਦਾ। ਮੈਂ ਤਾਂ ਬਾਹਰਲੇ ਬੰਦਿਆਂ ਨੂੰ ਕਿਹਾ, ਪੰਜਾਬ ਦਾ ਕਿਸੇ ਨੂੰ ਕੁਛ ਨਹੀਂ। ਸ਼ੁਕਰੀਆ ਜੀ। ਸ਼ੁਕਰ ਜੀ। ਤਾਂ ਰੁਲਦੂ ਸਿੰਘ ਮਾਨਸਾ ਸਾਡੇ ਨਾਲ ਜੁੜੇ ਹੋਏ ਸੀ, BKU ਪੰਜਾਬ ਦੇ ਪ੍ਰਧਾਨ ਨੇ। ਕੁਝ ਦਿਨ ਪਹਿਲਾਂ ਸਟੇਟਮੈਂਟ ਦਿੱਤੀ ਜਾਂਦੀ ਹੈ ਸਟੇਜ ਦੇ ਉੱਤੇ ਇਹਨਾਂ ਦੇ ਵੱਲੋਂ, ਤੇ ਹੁਣ ਆਖ ਰਹੇ ਨੇ ਕਿ ਜੋ ਸਟੇਟਮੈਂਟ ਸੀ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ ਨਹੀਂ ਸੀ। ਮੈਂ ਤਾਂ ਉਹਨਾਂ ਦਾ ਸਤਿਕਾਰ ਕਰਦਾ, ਸੰਤ ਲੜਾਈ ਲੜ ਰਹੇ ਸੀ, ਸੰਤ ਖਾਲਿਸਤਾਨ ਦੀ ਲੜਾਈ ਲੜ ਰਹੀ ਸੀ ਤੇ ਅਸੀਂ ਇਨਕਲਾਬ ਦੀ ਲੜਾਈ ਲੜ ਰਹੇ ਹਾਂ। ਬੇਸ਼ੱਕ ਇਹਨਾਂ ਨੇ ਕਿਹਾ ਕਿ ਮੈਂ ਉਹਨਾਂ ਦਾ ਸਤਿਕਾਰ ਕਰਦਾ, ਪਰ ਉਹਨਾਂ ਦੇ ਵਿਚਾਰਾਂ ਨਾਲ ਇਹਨਾਂ ਨੇ ਅਸਹਿਮਤੀ ਪ੍ਰਗਟਾਈ ਹੈ, ਇਹ ਵੀ ਆਖ ਰਹੇ ਨੇ। ਤੇ ਨਾਲ ਹੀ ਨਾਲ ਕਹਿ ਰਹੇ ਨੇ ਕਿ ਬਿਆਨ ਜੋ ਦਿੱਤਾ ਗਿਆ ਸੀ ਇਹ ਸੰਤਾਂ ਬਾਰੇ ਨਹੀਂ, ਸਗੋਂ ਬਾਹਰ ਜੋ ਲੋਕ ਬੈਠੇ ਨੇ ਜੋ ਮੋਰਚੇ ਨੂੰ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਬਾਰੇ ਇਹ ਬਿਆਨ ਦਿੱਤੇ ਗਏ ਨੇ।